ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੁਰੂ ਭਨੈ ਇਹ ਹੈ ਕਿਛ ਨਾਹੀ, ਨਿਕਟ ਨ ਆਵੈ ਜਾਇ ਪਰਾਹੀ। ਗੁਰੂ ਭਨੈ ਇਹ ਹੈ ਕਿਛ ਨਾਹੀ, ਨਿਕਟ ਨ ਆਵੈ ਜਾਇ ਪਰਾਹੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਹਾ ਤੁਛ ਪ੍ਰਬੁੱਧ ਮਾਰੀ, ਵਰਨ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਵਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਮੁਖ ਉਚਰੈ ਸ਼ਾਸਤਰ ਘਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਭਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਏਕੰਕਾਰਾ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਿਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਗੁਰੂ ਬਾਬਾ ਜੀ ਜਗਤ ਜਲੰਧਰ ਦੇ ਵਿੱਚ ਠੰਡ ਵਰਤਾਉਂਦਿਆਂ ਹੋਇਆਂ ਜਗਨਨਾਥ ਦੇ ਮੰਦਰ ਦੇ ਪਾਸ ਪਹੁੰਚੇ। ਜਦੋਂ ਹੋ ਗਿਆ ਸੰਧਿਆ ਦਾ ਟਾਈਮ, ਜੋ ਵੀ ਉਹਨਾਂ ਦੇ ਮਤ ਦੀ ਮਰਜ਼ਾਦਾ ਸਦੀਆਂ ਤੋਂ ਹੀ ਚਲੀ ਆਉਂਦੀ ਸੀ, ਇੱਕ ਜਿਹੜੀ ਪੱਥਰ ਦੀ ਮੂਰਤੀ ਉਹਨਾਂ ਨੂੰ ਹੀ ਆਪਣੇ ਮਨ ਦੇ ਵਿੱਚ ਇਹਨਾਂ ਨੇ ਠਾਕਰ ਭਗਵਾਨ ਕਲਪਿਆ ਹੋਇਆ। ਰੋਜ਼ ਦੀ ਰੋਜ਼ ਸ਼ਾਮ ਦੇ ਟਾਈਮ 'ਤੇ ਪੰਡੇ ਵੀ ਮੁਸਾਫਰ ਇਕੱਠਿਆਂ ਹੋ ਕਰਕੇ ਆਪਣੇ ਠਾਕੁਰ ਦੀ ਆਪਣੇ ਭਗਵਾਨ ਦੀ ਆਰਤੀ ਕਰਿਆ ਕਰਦੇ ਸਨ। ਵੱਡੇ ਵੱਡੇ ਮੰਦਰਾਂ ਦੇ ਵਿੱਚ ਅੱਜ ਵੀ ਜਦੋਂ ਥੋੜ੍ਹਾ ਜਿਹਾ ਸੂਰਜ ਦਾ ਹੋ ਜਾਏ, ਛਪਾ ਟੱਲ ਵੀ, ਘੜਿਆਲਾਂ ਵੀ, ਔਰ ਬਹੁਤ ਸਾਰੇ ਥਾਵਾਂ 'ਤੇ ਸ਼ੰਖ ਵਗੈਰਾ ਵੀ ਪੂਰੇ ਜਾਂਦੇ ਹਨ। ਉਹਨਾਂ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ। ਜਦੋਂ ਪੰਡੇ ਵੀ ਆਪਣੇ ਬਿਲਕੁਲ ਸਹੀ ਟਾਈਮ 'ਤੇ ਇਹਨਾਂ ਨੇ ਥਾਲ ਦੇ ਵਿੱਚ ਦੀਵੇ ਵਾਲੇ ਕਈ ਤਰ੍ਹਾਂ ਦੀਆਂ ਜਿਹੜੀਆਂ ਖੁਸ਼ਬੂਦਾਰ ਧੂਫਾਂ ਵੀ ਧੁਖਾਈਆਂ ਹੋਈਆਂ ਸਨ। ਬੜੀ ਉੱਚੀ ਆਵਾਜ਼ ਦੇ ਨਾਲ ਇਹਨਾਂ ਨੇ ਆਪਣੇ ਠਾਕਰ ਦੀ, ਆਪਣੇ ਭਗਵਾਨ ਦੇ ਅੱਗੇ ਆਰਤੀ ਕੀਤੀ। ਪਰ ਸਤਿਗੁਰੂ ਜੀ ਉਸੇ ਹੀ ਤੇ ਨਹੀਂ ਬੈਠੇ ਨੇ, ਚੌਂਕੜਾ ਮਾਰ ਕੇ ਆਪਣੀ ਮੌਜ ਦੇ ਵਿੱਚ
ਸੰਖਾਂ ਦੀ ਆਵਾਜ਼ ਸੁਣਨ ਦੇ ਨਾਲ ਹੀ ਆਲੇ ਦੁਆਲੇ ਤੋਂ ਹੋਰ ਵੀ ਬਹੁਤ ਸਾਰੇ ਜਿਹੜੇ ਨਗਰ ਨਿਵਾਸੀ ਇਹੋ ਜਿਹੇ ਮੁਸਾਫਰ ਵੀ ਹਾਜ਼ਰ ਹੋ ਗਏ ਵੀ ਹੁਣ ਇਹਨਾਂ ਨੇ ਆਪਣੇ ਠਾਕਰ ਦੀ ਆ ਜਿਹੜੀ ਆਰਤੀ ਕਰਨੀ ਹੈ। ਬੜਾ ਭਾਰੀ ਇਕੱਠ ਜਗਨਨਾਥ ਦੇ ਮੰਦਰ ਦੇ ਵਿੱਚ ਜੁੜ ਗਿਆ। ਹਰੇਕ ਕੋਈ ਉਸ ਸਮੇਂ ਆਪਣੇ ਭਗਵਾਨ ਦੇ ਅੱਗੇ ਹੱਥ ਜੋੜੀ ਖੜਾ ਸੀ, ਪਰ ਗੁਰੂ ਬਾਬਾ ਜੀ ਨਹੀਂ ਉੱਠੇ। ਉਸੇ ਤਰ੍ਹਾਂ ਮਹਾਰਾਜ ਨੇ ਦਰਵਾਜ਼ੇ ਦੇ ਨੇੜੇ ਚੌਂਕੜਾ ਮਾਰਿਆ ਹੋਇਆ ਸੀ। ਜਦੋਂ ਆਰਤੀ ਸੰਪੂਰਨ ਹੋਈ, ਦੇਖ ਕਰਕੇ ਉਹਨਾਂ ਦੇ ਮਨ ਦੇ ਵਿੱਚ ਗੁੱਸਾ ਪੈਦਾ ਹੋਣਾ ਹੀ ਸੀ। ਪੁੱਛਿਆ, ਐ ਫਕੀਰ ਸਾਈਂ, ਇਹੋ ਲੱਗਦਾ ਸਾਨੂੰ ਵੀ ਜਿਵੇਂ ਤੈਨੂੰ ਭਗਵਾਨ ਦੀ ਮਹਿਮਾ ਵਡਿਆਈ ਦੇ ਬਾਰੇ ਪਤਾ ਹੀ ਨਹੀਂ ਹੁੰਦਾ। ਚੁੱਪ ਕਰਕੇ ਚੌਂਕੜਾ ਮਾਰ ਕੇ ਬੈਠਾ ਰਿਹਾ। ਅਸੀਂ ਆਪਣੇ ਠਾਕਰ ਦੀ, ਆਪਣੇ ਪ੍ਰਭੂ ਦੀ ਆਰਤੀ ਕੀਤੀ ਹੈ। ਉਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਐ ਪੰਡਿਓ, ਤੁਹਾਡੀਆਂ ਕੀਤੀਆਂ ਹੋਈਆਂ ਜਿਹੜੀਆਂ ਆਰਤੀਆਂ ਕਿਸੇ ਵੀ ਲੇਖੇ ਦੇ ਵਿੱਚ ਪੈਣੀ ਤਾਂ ਹੈ ਨਹੀਂ। ਮਨ ਤੁਹਾਡਾ ਕਦੇ ਗਾਗਰ ਨਹੀਂ ਹੋਇਆ, ਹੱਥ ਦੇ ਵਿੱਚ ਥਾਲ ਵੀ ਫੜਿਆ ਹੋਇਆ, ਦੀਵੇ ਵੀ ਛੋਟੇ ਛੋਟੇ ਪਿਓ ਘਿਓ ਪਾ ਕੇ ਜਲਾ ਲਏ, ਪਰ ਅਸੀਂ ਤਾਂ ਉਸ ਨਿਰਗੁਣ ਵਾਹਿਗੁਰੂ ਦੀ ਜਿਹੜੀ ਆਰਤੀ ਹੈ ਉਹ ਤਾਂ ਆਟੋਮੈਟਿਕ ਕੁਦਰਤੀ ਤੌਰ 'ਤੇ ਆਪਣੇ ਆਪ ਹੋ ਰਹੀ ਹੈ। ਗगन में थाल राव चंद दीपक बने तारका मंडल जनक मोती। गुरु बाबा जी कहने लगे, देख लो कितना बड़ा गोलाकार दा आकाश है ना, इनू तो बनाया होया थाल। गगन में थाल, दीवे किहड़े जगाए ने? गगन में थाल राव चंद दीपक बने। तुहाडे निक्के निक्के दीव्या ने उत्ते करना की है? असी तो इहो जी आरती करते हैं ना। परमात्मा दे आ कितने बड़े बड़े सूरज तो चंद्रमा दीवे हर वक्त आपो अपनी ड्यूटी के मुताबिक। दिन का दीपक सूर है, सूर देवता दिन के मौके अपना चानण करता है। निस्का दीपक चंद, रात का दीवा केड़ा? चंद्रमा। सतगुरु जी कहने लगे, देख लो कितने बड़े बड़े दीवे परमात्मा की रज़ा दे विच सदा दे लई उस तरह रोशनियाँ करते रहते हैं। इहो जिहे बचन सुन करके इन्हां दे मन दे विच भी बड़ा असर, बड़ा प्रभाव जा पै गया भी गल तां ठीक है इन्हां दी। आरती रोज़ दी रोज़ असी बिना नागे तो करी जाने, पर जिहड़े मकसद दे लई इहो जिहे धर्म दे कारज कीते जांदे हन, ਉਹ मन ਜਿਹੜਾ ਸਾਡਾ ਅਜੇ ਵੀ ਕਦੇ ਟਿਕਾ ਦੇ ਵਿੱਚ ਤਾਂ ਆਉਂਦਾ ਹੀ ਨਹੀਂ। ਇਹਦੇ ਅੰਦਰ ਹਰ ਵਕਤ ਬੜੇ ਸੰਕਲਪ ਵਿਕਲਪ ਪੈਦਾ ਹੁੰਦੇ ਹੀ ਰਹਿੰਦੇ ਹਨ। ਜਿਹੜੇ ਸਿਆਣੇ ਪੜ੍ਹੇ ਲਿਖੇ ਉਹਨਾਂ ਨੇ ਸਮਝ ਲਿਆ ਵੀ ਇਹਨਾਂ ਦੇ ਕੀਤੇ ਹੋਏ ਵਚਨ ਬਿਲਕੁਲ 16 ਨੇ ਸੱਚੇ ਹਨ। ਸਾਡਾ ਮਨ ਕਦੇ ਵੀ ਆਰਤੀ ਦੇ ਟਾਈਮ 'ਤੇ ਇਕਾਗਰ ਹੋਇਆ ਹੀ ਨਹੀਂ। ਗੱਲ ਇਹਨਾਂ ਦੇ ਵਚਨ ਖਰੇ ਹਨ। ਉਸ ਸਮੇਂ ਗੁਰੂ ਬਾਬਾ ਜੀ ਨੇ ਜਿਹੜੇ ਜਗਨਨਾਥ ਮੰਦਰ ਦੇ ਵਿੱਚ ਰਹਿਣ ਵਾਲੇ ਪੰਡੇ ਸੇਵਾ 'ਤੇ ਲੱਗੇ ਹੋਏ ਬੜੇ ਯਾਤਰੂ, ਉਹਨਾਂ ਨੂੰ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਵਿੱਚ ਜੋੜਿਆ ਸੀ। ਇੱਥੋਂ ਚਲਦਿਆਂ ਗੁਰੂ ਬਾਬਾ ਜੀ ਸਮੁੰਦਰ ਦੇ ਕਿਨਾਰੇ ਤੋਂ ਥੋੜ੍ਹਾ ਜਿਹਾ ਇੱਕ ਬਹੁਤ
ਘਣੇ ਭਿਆਨਕ ਜੰਗਲਾਂ ਰੋਈਆਂ ਬੀਆਵਾਨਾਂ ਦੇ ਵਿੱਚ ਬਹਿ ਗਏ। ਉਸ ਸਮੇਂ ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਿਆ, ਸਾਨੂੰ ਉਲਾਈ ਬਾਣੀ ਦਾ ਕੀਰਤ ਸੁਣਾ, ਇਹਦੀ ਭੁੱਖ ਲੱਗੀ ਹੋਈ ਹੈ। ਹੁਕਮ ਸੁਣ ਸਾਰੀ। ਭਾਈ ਮਰਦਾਨਾ ਜੀ ਨੇ ਜਦੋਂ ਐਸੀ ਮਸਤੀ ਦੇ ਵਿੱਚ ਝੂਮਦਿਆਂ ਤੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਕੀਤਾ, ਗੁਰੂ ਬਾਬਾ ਜੀ ਤਾਂ ਉਸੇ ਵਕਤ ਹੀ ਸਮਾਧੀ ਦੇ ਵਿੱਚ ਹੋ ਗਏ ਲੀਨ। ਜਿਸ ਦਿਸ਼ਾ ਦੇ ਵੱਲ ਗੁਰੂ ਬਾਬਾ ਜੀ ਨੇ ਆਪਣੀ ਕੰਡ ਕੀਤੀ ਹੋਈ ਹੈ, ਉਧਰਲੇ ਪਾਸੇ ਭਾਈ ਮਰਦਾਨਾ ਜੀ ਦਾ ਮੁਖ ਹੈ। ਭਾਵ ਇੱਕ ਦੂਜੇ ਦੇ ਉਸ ਟਾਈਮ 'ਤੇ ਗੁਰੂ ਬਾਬਾ ਜੀ ਆਮੋ ਸਾਹਮਣੇ ਬੈਠੇ ਸੀ। ਭਾਈ ਮਰਦਾਨਾ ਜੀ ਨੇ ਥੋੜ੍ਹੀ ਦੂਰੀ 'ਤੇ ਕਿਹੋ ਜਿਹਾ ਕ੍ਰਿਸ਼ਮਾ ਜਦੋਂ ਅੱਖਾਂ ਦੇ ਨਾਲ ਦੇਖਿਆ ਵੀ ਇੱਕ ਬਘਿਆੜ ਦੇਖਣ ਤੋਂ ਪ੍ਰਤੀਤ ਹੁੰਦਾ ਸੀ ਵੀ ਕਈ ਦਿਨਾਂ ਦਾ ਭੁੱਖਾ ਹੈ, ਉਹਦਾ ਜਿਹੜਾ ਲੱਕਾ ਵੀ ਨਾਲ ਲੱਗਿਆ ਹੋਇਆ। ਉਸ ਸਮੇਂ ਮੁਰਦੇ ਨੂੰ ਸੁੰਘ ਕਰਕੇ ਵਾਪਸ ਮੁੜ ਗਿਆ। ਥੋੜ੍ਹੀ ਦੂਰ ਤੋਂ ਫਿਰ ਉਸੇ ਤਰ੍ਹਾਂ ਬਘਿਆੜ ਵਾਪਸ ਆ ਕੇ ਜਿਹੜਾ ਮੁਰਦਾ ਵੀ ਉੱਥੇ ਨੇੜੇ ਪਿਆ ਸੀ, ਕੱਲੇ ਅੰਗ ਨੂੰ ਸੁੰਘਿਆ ਉਹਨੇ, ਹੱਥਾਂ ਨੂੰ, ਪੈਰਾਂ ਨੂੰ, ਅੱਖਾਂ ਨੂੰ ਵੀ, ਮੂੰਹ ਨੂੰ ਵੀ ਸੁੰਘ ਕਰਕੇ ਉਸੇ ਤਰ੍ਹਾਂ ਹੀ ਭੁੱਖਾ ਵਾਪਸ ਮੁੜ ਜਾਂਦਾ ਹੈ। ਹੁਣ ਬਘਿਆੜ ਦੀ ਜਿਹੜੀ ਖੁਰਾਕ ਕੁਦਰਤ ਨੇ ਕੱਚਾ ਮਾਸ ਹੀ ਬਣਾਇਆ ਹੋਇਆ ਨਾ, ਕੱਚੇ ਹੀ ਮਾਸ ਖਾ ਕੇ ਨੇ ਆਪਣਾ ਉਧਰ ਭਰਨਾ ਹੈ। ਜੈ ਕਰਕੇ ਭਾਈ ਮਰਦਾਨਾ ਜੀ ਹੈਰਾਨ ਹੋ ਗਏ ਵੀ ਕੈਸੀ ਅਚਰਜ ਖਿਆਲ ਵਰਤੀ। ਜਦੋਂ ਸਤਿਗੁਰੂ ਜੀ ਸਮਾਧੀ ਤੋਂ ਉਥਾਨ ਹੋਏ, ਬੇਨਤੀ ਕੀਤੀ, ਮਹਾਰਾਜ ਆ ਸਾਹਮਣੇ ਆ ਨੇੜੇ ਇੱਕ ਮੁਰਦਾ ਪਿਆ, ਉਹਨੂੰ ਰੋਈਆਂ ਬੀਆਵਾਨਾਂ ਜੰਗਲਾਂ 'ਚੋਂ ਇੱਕ ਬਘਿਆੜ ਖਾਣ ਵਾਸਤੇ ਆਇਆ। ਪਰ ਪਹਿਲਾਂ ਉਹਨੇ ਇਹਦਾ ਇਕੱਲਾ ਅੰਗ ਸੁੰਘਿਆ ਬਿਨਾਂ ਖਾਧੇ ਤੋਂ। ਸੱਚੇ ਪਾਤਸ਼ਾਹ ਵਾਪਸ ਮੁੜ ਗਿਆ। ਪਤਾ ਨਹੀਂ ਕੀ ਗੱਲ ਐਸੀ ਹੋ ਗਈ। ਗੁਰੂ ਬਾਬਾ ਜੀ ਕਹਿਣ ਲੱਗੇ, ਮਰਦਾਨਿਆ ਆਇਓ ਕਰ, ਇਹਨੂੰ ਹਾਕ ਮਾਰ ਕੇ ਆਪਣੇ ਪਾਸ ਬੁਲਾ ਲੈ, ਫਿਰ ਤੇਰੇ ਸੰਸ਼ੈ ਦੀ ਜਿਹੜੀ ਨਿਵਰਤੀ ਚੰਗੀ ਤਰ੍ਹਾਂ ਹੋ ਜਾਣੀ ਹੈ। ਪਰ ਜਦੋਂ ਭਾਈ ਮਰਦਾਨਾ ਜੀ ਨੇ ਰੱਬੀ ਬਾਣੀ ਦਾ ਕੀਰਤਨ ਕੀਤਾ, ਕੰਨ ਦੇ ਵਿੱਚ ਪੈ ਗਈ ਇਹਦੇ ਆਵਾਜ਼। ਉਸੇ ਵਕਤ ਇਹਦਾ ਜਿਹੜਾ ਮਨ, ਹਿਰਦਾ ਬਿਲਕੁਲ ਨਿਰਮਲ ਹੋ ਗਿਆ। ਹੁਣ ਇਹਨੂੰ ਆਮ ਮਨੁੱਖਾਂ ਦੇ ਸਮਾਨ ਬੋਲਣ ਦੀ ਜਿਹੜੀ ਤਾਕਤ ਵੀ ਪ੍ਰਾਪਤ ਹੋ ਗਈ ਹੈ। ਭਾਈ ਮਰਦਾਨਾ ਜੀ ਨੇ ਪੁੱਛਿਆ ਵੀ ਕੀ ਗੱਲ ਹੋ ਗਈ? ਦੇਖਣ ਤੋਂ ਤੂੰ ਕਈ ਦਿਨਾਂ ਦਾ ਭੁੱਖਾ ਪ੍ਰਤੀਤ ਹੁੰਦਾ, ਪਰ ਮੁਰਦਾ ਖਾਧੇ ਤੋਂ ਬਗੈਰ ਹੀ ਵਾਪਸ ਮੁੜ ਗਿਆ। ਬਘਿਆੜ ਕਹਿਣ ਲੱਗਿਆ, ਭਾਈ ਮਰਦਾਨਾ ਜੀ, ਜਦੋਂ ਤੈਂ ਇਹੋ ਜਿਹਾ ਰੱਬੀ ਬਾਣੀ ਦਾ ਕੀਤਾ ਨਾ ਕੀਰਤਨ, ਮੇਰੇ ਮਨ ਦੀ ਮੈਲ ਲੈ ਗਈ, ਹਿਰਦਾ ਬਿਲਕੁਲ ਸ਼ੁੱਧ ਪਵਿੱਤਰ ਹੋ ਗਿਆ ਹੈ। ਗੁਰੂ ਬਾਬਾ ਜੀ ਦੀ ਕਿਰਪਾ ਦੁਆਰਾ ਮੈਨੂੰ ਇਹ ਪਤਾ ਲੱਗਿਆ ਵੀ ਇਸ ਮੁਰਦੇ ਨੇ ਆਪਣੇ ਜੀਵਨ ਦੌਰਾਨ ਕਿਹੋ ਜਿਹੇ ਕਰਮ ਕੀਤੇ, ਪਰ ਇਹ ਬਿਲਕੁਲ ਸੇਵਾ ਔਰ ਭਗਤੀ ਤੋਂ ਕੋਰਾ ਹੀ ਨਿਕਲਿਆ। ਸੋਚਿਆ ਅਗਰ ਕਿਤੇ ਮੈਂ ਇਹਦਾ ਮਾਸ ਖਾ ਲਿਆ, ਪਤਾ ਨਹੀਂ ਕਿਹੋ ਜਿਹੀ ਮੇਰੀ ਅਧੋਗਤੀ ਹੋ ਜਾਣੀ ਹੈ। ਗੁਰੂ ਬਾਬਾ ਜੀ ਨੇ ਇਹਦਾ ਵੀ ਉਧਾਰ ਕੀਤਾ। ਜਦੋਂ ਸਤਿਗੁਰੂ ਜੀ ਰੋਈਆਂ ਬੀਆਵਨ ਉਜਾੜਾਂ 'ਚ ਬੈਠੇ ਸੀ, ਦੇ ਲਿਆ। ਭਾਈ ਮਰਦਾਨਾ ਜੀ ਨੇ ਵੀ ਆ ਤਾਂ ਆਕਾਸ਼ ਦੇ ਵਿੱਚ ਕਾਲੀ ਵਾਲੀ ਅੰਧੇਰੀ ਚੜ੍ਹ ਕੇ ਆ ਗਈ, ਜਿਹਦੇ ਵਿੱਚ ਵੱਡੇ ਦਰਖਤ ਵੀ ਉੱਡੇ ਆ ਰਹੇ ਹਨ। ਚਾਰੇ ਪਾਸੇ ਰੋਡ, ਕੰਕਰ, ਮਿੱਟੀ, ਘੱਟਾ,
ਉੱਡਣ ਦੇ ਨਾਲ ਦਿਨ ਦੇ ਮੌਕੇ ਹੀ ਆਕਾਸ਼ ਦੇ ਵਿੱਚ ਇੱਕ ਤਰ੍ਹਾਂ ਦਾ ਅੰਧੇਰਾ ਚਾਰੇ ਪਾਸੇ ਛਾ ਗਿਆ। ਭਾਈ ਮਰਦਾਨਾ ਜੀ ਦਾ ਵਸ ਦੇ ਕਰਕੇ ਬੜੇ ਕੰਬਣੀ ਲੱਗ ਪਏ। ਗੁਰੂ ਬਾਬਾ ਜੀ ਕਹਿਣ ਲੱਗਾ, ਮਰਦਾਨਿਆ ਡਰਨਾ, ਕੋਈ ਵੀ ਇਹੋ ਜਿਹੀ ਭਿਆਨਕ ਦੁਖਦਾਈ ਬਲਾ ਤੇਰੇ ਨੇੜੇ ਨਹੀਂ ਆ ਸਕੇਗੀ। ਉਸ ਸਮੇਂ ਕਾਲੀ ਵਾਲੀ ਅੰਧੇਰੀ ਉਹ ਤਾਂ ਹੋ ਗਈ ਬੰਦ। ਫਿਰ ਕਿਹੋ ਜਿਹਾ ਬੜਾ ਭਿਆਨਕ ਡਰਾਉਣਾ ਦੈਤ ਰਾਕਸ਼ ਬਹੁਤ ਵੱਡਾ ਆਪਣਾ ਮੂੰਹ ਅੱਡ ਕਰਕੇ ਸਾਹਮਣੇ ਦਿਖਾਈ ਦਿੱਤਾ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰੂ ਭਣੈ ਇਹ ਹੈ ਕਿਛ ਨਾਹੀ। ਗੁਰੂ ਬਾਬਾ ਜੀ ਭਾਈ ਮਰਦਾਨਾ ਜੀ ਨੂੰ ਡਰਦਿਆਂ ਹੋਇਆਂ ਦੇ ਕਰਕੇ ਕਹਿਣ ਲੱਗੇ ਵੀ ਇਹ ਕੋਈ ਚੀਜ਼ ਨਹੀਂ, ਕਾਹਨੂੰ ਐਵੇਂ ਸਰੀਰ ਦੇ ਵਿੱਚ ਤਾਂ ਕੰਬਣੀ ਧਾਰਨ ਕੀਤੀ ਹੈ। ਨਿਕਟ ਨਾ ਆਵੈ ਜਾਇ ਪਰਾਹੀ। ਤੋਂ ਪਰਮਾਤਮਾ ਦੇ ਉੱਪਰ ਯਕੀਨ ਭਰੋਸਾ ਰੱਖ। ਕੋਈ ਵੀ ਭਿਆਨਕ ਦੁਖਦਾਈ ਬਲਾ ਦੈਤ ਰਾਸ਼ ਤੇਰੇ ਕਦੇ ਵੀ ਨੇੜੇ ਨਹੀਂ ਆਉਣਾ। ਵਾਹਿਗੁਰੂ ਕਹਿ ਧੀਰਜ ਕਰੀਏ। ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਇਆਂ ਤੂੰ ਮਨ ਦੇ ਵਿੱਚ ਧੀਰਜ ਧਾਰਨ ਕਰਕੇ ਬਹਿ ਜਾ। ਨਾ ਕਾਲੀ ਬੋਲੀ ਅੰਧੇਰੀ ਨੇ ਤੇਰਾ ਕੱਖ ਵਿਗਾੜਿਆ। ਆ ਜਿਹੜੀ ਬਹੁਤ ਵੱਡੀ ਭਿਆਨਕ ਦੁਖਦਾਈ ਬਲਾ ਇਹ ਵੀ ਬਿਲ ਆਪਣੇ ਨੇੜੇ ਨਹੀਂ ਆ ਸਕੇਗੀ। ਕਿਹਤੇ ਤਨਕ ਨਾ ਤਰਾਸ ਵਿਚਰੀਏ। ਸਤਿਗੁਰੂ ਜੀ ਕਹਿਣ ਲੱਗੇ, ਹੋ ਜੇ ਦੈਤ ਰਾਸ਼ ਬਥੇਰੇ ਤੁਰੇ ਫਿਰਦੇ ਹਨ, ਤੈਂ ਮਨ ਦੇ ਵਿੱਚ ਇਤਨਾ ਡਰ ਕਾਹਦੇ ਲਈ ਧਾਰਨ ਕਰ ਲਿਆ। ਕਲ ਯੁਗ ਅਗਨਾ ਵੇਖ ਤਨ ਧਾਰਾ। ਹੁਣ ਉਸ ਸਮੇਂ ਕਲ ਯੁਗ ਨੇ ਇੱਕ ਅਗਨੀ ਦਾ ਜਿਹੜਾ ਰੂਪ ਧਾਰਨ ਕੀਤਾ ਹੋਇਆ ਸੀ। ਧੂਮ ਉਠਿਓ ਚਹੁ ਤਰਫਾ ਪਾਰਾ। ਚਾਰੇ ਪਾਸੇ ਆਕਾਸ਼ ਦੇ ਵਿੱਚ ਧੂਆਂ ਹੀ ਧੂਆਂ ਪੈ ਲੱਗਿਆ। ਮੁਖ ਢੱਪ ਪੌੜ ਰਹਿਓ ਮਰਦਾਨਾ। ਹੁਣ ਭਾਈ ਮਰਦਾਨਾ ਜੀ ਵਿਚਾਰੇ ਡਰਦੇ ਕੰਬਦੇ ਆਪਣਾ ਮੂੰਹ ਢੱਕ ਕੇ ਧਰਤੀ ਤੇ ਲੰਮੇ ਪੈ ਗਏ ਹਨ। ਆਚਾਰਜ ਦੇਖ ਅਧਿਕ ਭੈ ਮਾਨਾ। ਜਮੈ ਜਮੈ ਦੈਤ ਰਾਖਸ਼ ਨੂੰ ਦੇਖਦੇ ਨੇ, ਉਵੇਂ ਉਵੇਂ ਇਹਨਾਂ ਦੇ ਮਨ ਦੇ ਵਿੱਚ ਬੜਾ ਡਰ ਬੜਾ ਭੈ ਵੱਧ ਰਿਹਾ ਹੈ। ਦੋਹਰਾ ਅਗਨ ਵੇਖ ਕੋ ਤਿਆਗ ਕੈ ਘਟਾ ਵੱਡੀ ਪੁੰਨ ਹੋਈ। ਹੁਣ ਇਹਨੇ ਜਿਹੜਾ ਆਪਣਾ ਅਗਨੀ ਦਾ ਰੂਪ ਉਹ ਤਾਂ ਬਦਲਿਆ, ਫਿਰ ਇਸੇ ਨੇ ਇੱਕ ਕਾਲੀ ਘਟਾ ਦਾ ਰੂਪ ਧਾਰਨ ਕਰ ਲਿਆ ਸੀ। ਕਰਤ ਪਰਖਣਾ ਗੁਰੂ ਕੀ ਕਲਯੁਗ ਆਵਤ ਸੋਈ। ਹੁਣ ਕਲਯੁਗ ਨੇ ਕਈ ਇਹੋ ਜਿਹੜੇ ਭਿਆਨਕ ਰੂਪ ਕਾਹਦੇ ਲਈ ਬਦਲੇ। ਇਹ ਗੁਰੂ ਬਾਬਾ ਜੀ ਦੀ ਆਪ ਆ ਕਰਕੇ ਪਰਖ ਕਰਨੀ ਚਾਹੁੰਦਾ ਹੈ। ਚੌਪਈ ਭੀ ਕਾਲੀ ਘਟ ਨਿਸਾ ਸਮਾਨਾ। ਜਿਹੜੀ ਕਾਲੀ ਘਟਾ ਉਹ ਵੀ ਔਰ ਰਾਤ ਦੇ ਸਮਾਨ ਚਾਰੇ ਪਾਸੇ ਪੈਦਾ ਹੋ ਚੁੱਕੀ ਹੈ। ਦਾਮਨ ਚਮਕਤ ਮਨਹੁ ਕਿਰਪਾਨਾ। ਦਾਮਨ ਚਮਕਤ ਮਨਹੁ ਕਿਰਪਾਨਾ। ਜਿਹੜੀ ਉਹਦੇ ਹੱਥ ਦੇ ਵਿੱਚ ਫੜੀ ਹੋਈ ਕਿਰਪਾਨ ਉਹ ਜਿਵੇਂ ਬੱਦਲਾਂ 'ਚ ਬਿਜਲੀ ਲਿਸ਼ਕਿਆ ਕਰਦੀ ਹੈ, ਉਹਦੀ ਰੋਸ਼ਨੀ ਬੜਾ ਉਹਦਾ ਜਿਹੜਾ ਚਾਨਣਾ ਜਾ ਆਕਾਸ਼ ਦੇ ਵਿੱਚ ਹੁਣ ਲੱਗ ਪਿਆ। ਕਰਕਾ ਕੋ ਬਰਖਾਈ ਵਿਸਾਲਾ। ਸੁੱਕੇ ਅੰਬਰੀ ਵੱਡੇ ਵੱਡੇ ਜਿਹੜੇ ਗੜੇ ਧਰਤੀ ਦੇ ਉੱਪਰ ਡਿੱਗਣ ਲੱਗ ਪਏ। ਪਾਹਨ ਸਾਮਾ ਭਾਰੀ ਤਿਹ ਕਾਲਾ। ਇਹ ਜਿਹੜੇ ਗੜੇ ਪੱਥਰਾਂ ਦੇ ਸਮਾਨ ਬਹੁਤ ਵੱਡੇ ਵੱਡੇ ਭਾਰੀ ਆਕਾਰ ਦੇ, ਕੋਈ ਬੱਦਲ ਨਹੀਂ ਬਿਲਕੁਲ ਸੁੱਕੇ ਅੰਬਰੀ। ਉਸੇ ਬਾਤ
ਵੱਡੇ ਵੱਡੇ ਗੜਿਆਂ ਦੀ ਜਿਹੜੀ ਵਰਖਾ ਪੈਣ ਲੱਗ ਪਈ ਹੈ। ਧਰ ਧੀਰਜ ਗੁਰ ਤਹਾਂ ਸੁਹਾਈ। ਪਰ ਗੁਰੂ ਬਾਬਾ ਜੀ ਉਸੇ ਤਰ੍ਹਾਂ ਸਮਾਧੀ ਲਾ ਕੇ ਧਰਤੀ ਦੇ ਉੱਪਰ ਅਡੋਲ ਬੈਠੇ ਹਨ। ਨਿਕਟ ਕਛੋ ਛੋਹਣਾ ਨਹਿ ਪਾਈ। ਇਹੋ ਜਿਹੇ ਜੋ ਵੀ ਕਲਯੁਗ ਨੇ ਕਈ ਰੂਪ ਧਾਰਨ ਕੀਤੇ, ਕੋਈ ਵੀ ਨੇੜੇ ਨਹੀਂ ਆ ਸਕਿਆ। ਤਬ ਕਲਯੁਗ ਨੇ ਨਿਸ਼ਚੈ ਜਾਨੀ। ਪਰ ਜਦੋਂ ਕਲਯੁਗ ਨੇ ਦੇ ਲਿਆ ਵੀ ਇਹਨਾਂ ਦੇ ਉੱਪਰ ਨਾ ਤਾਂ ਕਾਲੀ ਬੋਲੀ ਅੰਧੇਰੀ ਦਾ, ਨਾ ਮੇਰੇ ਬੜੇ ਭਿਆਨਕ ਡਰਾਉਣੇ ਰੂਪ ਦਾ ਕੋਈ ਅਸਰ ਹੋਇਆ ਨਹੀਂ, ਇਹ ਤਾਂ ਉਸੇ ਤਰ੍ਹਾਂ ਆਪਣੀ ਮੌਤ ਦੇ ਵਿੱਚ ਚੌਂਕੜਾ ਮਾਰ ਕਰਕੇ ਬੈਠੇ ਹਨ। ਹੈ ਅਵਤਾਰ ਰੂਪ ਗੁਣ ਖਾਨੀ। ਸਮਝ ਗਿਆ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਟਾਈਮ ਦੇ ਅਵਤਾਰ ਹਨ। ਮਾਨੁਖ ਰੂਪ ਧਾਰ ਪੁਨ ਆਇਓ। ਫਿਰ ਉਸੇ ਕਲਯੁਗ ਨੇ ਆਪਣਾ ਜਿਹੜਾ ਇੱਕ ਮਨੁੱਖਾਂ ਵਾਲਾ ਰੂਪ ਬਣਾ ਲਿਆ। ਆਦਿਕ ਬਦੰਤੀ ਅਗਨ ਬਮਾਇਓ। ਹੁਣ ਆਪਣੇ ਮੂੰਹ ਦੇ ਵਿੱਚੋਂ ਵੱਡੀਆਂ ਵੱਡੀਆਂ ਲਾਟਾਂ ਇਹਨੇ ਅੱਗ ਦੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸੀ। ਦੇਹ ਕੰਚ ਕੀ ਜਾਹੇ ਸਵਾਰੀ। ਹੁਣ ਜਿਸ ਦੀ ਦੇਹ ਸਰੀਰ ਸੋਨੇ ਦੇ ਸਮਾਨ ਬੜਾ ਚਮਕਦਾਰ ਬਣਿਆ ਹੋਇਆ ਹੈ। ਏਕ ਹੱਥ ਮੈਂ ਜਿਹਬਾ ਧਾਰੀ। ਹੁਣ ਉਸ ਕਲਯੁਗ ਨੇ ਆਪਣਾ ਜਿਹੜਾ ਮਨੁੱਖਾਂ ਵਾਲਾ ਰੂਪ ਬਣਾ ਕੇ ਕੱਤ ਦੇ ਵਿੱਚ ਆ ਜਿਹੜੀ ਰਸਨਾ ਧਾਰਨ ਕਰ ਲਈ ਹੈ। ਗਹਿਓ ਲਿੰਗ ਕੋ ਦੂਸਰ ਹੱਥਾ। ਦੂਸਰੇ ਹੱਥ ਦੇ ਵਿੱਚ ਜਿਸਮ ਦਾ ਜਿਹੜਾ ਅੰਗ ਫੜਿਆ ਹੋਇਆ ਹੈ। ਆਵਾ ਸਨਮੁਖ ਜਹ ਜਗਨਾਥਾ। ਜਿਸ ਥਾਂ ਤੇ ਜਗਤ ਦੇ ਮਾਲਕ ਗੁਰੂ ਬਾਬਾ ਜੀ ਆਪਣੀ ਮੌਤ ਦੇ ਵਿੱਚ ਬੈਠੇ ਸਨ, ਇਹ ਜਿਹੜਾ ਅਸਥਾਨ ਸੰਗਰੂਰ ਸ਼ਹਿਰ ਦੇ ਉਰਲੇ ਪਾਸੇ ਬਣਿਆ ਹੋਇਆ। ਵਿਦਵਾਨਾਂ ਦੀ ਵਿਚਾਰ ਹੈ, ਉਹਨਾਂ ਦਾ ਖਿਆਲ ਹੈ ਵੀ ਇਸ ਥਾਂ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਕਲਯੁਗ ਦਾ ਹੋਇਆ ਮਿਲਾਪ। ਉਹਨਾਂ ਸਮਿਆਂ ਦੇ ਵਿੱਚ ਇੱਥੇ ਚਾਰੇ ਪਾਸੇ ਕੋਹਾਂ ਤੱਕ ਹੁਰਾਈਆਂ ਬਿਆਵਾਨ ਉਜਾੜ ਹੀ ਉਜਾੜ ਪਏ ਸੀ ਵੀ ਉਸ ਨਾਨਕਿਆਣੇ ਨਾਮ ਦੇ ਗੁਰਦੁਆਰੇ ਵਾਲੀ ਜਿਹੜੀ ਜਗ੍ਹਾ ਹੈ, ਉਸ ਥਾਂ ਤੇ ਆ ਕੇ ਕਲਯੁਗ ਨੇ ਗੁਰੂ ਬਾਬਾ ਜੀ ਦਾ ਦਰਸ਼ਨ ਕੀਤਾ। ਬਿਗਸਤ ਮੁਕਤੀ ਕਹਿ ਸੁਖ ਰਾਸਾ। ਉਸ ਸਮੇਂ ਗੁਰੂ ਬਾਬਾ ਜੀ ਆਪਣੇ ਨੂਰਾਨੀ ਚਿਹਰੇ ਤੋਂ ਮੁਸਕਰਾਉਂਦਿਆਂ ਹੋਇਆਂ ਇਹਦੀਆਂ ਦੇ ਕਰਕੇ ਹਰਕਤਾਂ ਕਹਿਣ ਲੱਗੇ ਸੀ। ਮਰਦਾਨੇ ਉਠ ਦੇਖ ਤਮਾਸ਼ਾ। ਭਾਈ ਮਰਦਾਨਾ ਜੀ ਉੱਠ ਕੇ ਬਹਿ ਜਾ, ਤੈਨੂੰ ਹੁਣ ਆ ਕਲਯੁਗ ਦਾ ਇਹੋ ਜਿਹਾ ਬੜਾ ਸੋਹਣਾ ਤਮਾਸ਼ਾ ਦਿਖਾਉਂਦੇ ਆ। ਸਾਵਧਾਨ ਹੋਵੇ ਧੀਰਜ ਧਰੀਏ। ਤੂੰ ਸਾਵਧਾਨ ਹੋ ਕੇ ਮਨ ਦੇ ਵਿੱਚ ਧੀਰਜ ਕਿਉਂ ਨਹੀਂ ਧਾਰਨ ਕਰਦਾ? ਕਾਹੂ ਤਨਕ ਨਾ ਤਰਾਸ ਵਿਚਰੀਏ। ਅਸੀਂ ਹਾਜ਼ਰ ਬੈਠੇ ਆ ਕਾਹਦੇ ਵਾਸਤੇ? ਤੈਂ ਇਹੋ ਜਿਹੀਆਂ ਬਲਾਵਾਂ ਤੋਂ ਮਨ ਦੇ ਵਿੱਚ ਡਰ ਧਾਰਨ ਕੀਤਾ ਹੋਇਆ ਹੈ। ਆਨ ਕਲੀ ਤਬ ਬੰਧਨ ਕਰਕੇ। ਉਸੇ ਵਕਤ ਕਲਯੁਗ ਨੇ ਇੱਕ ਮਨੁੱਖ ਦੇ ਰੂਪ ਦੇ ਵਿੱਚ ਹੋ ਕੇ ਗੁਰੂ ਬਾਬਾ ਜੀ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ ਹੈ। ਬੋਲਿਓ ਨਿਜ ਅਪਰਾਧ ਵਿਚਰ ਕੇ। ਹੁਣ ਆਪਣਾ ਅਪਰਾਧ ਆਪਣੀ ਗਲਤੀ ਨੂੰ ਜਾਣਦਿਆਂ ਹੋਇਆਂ ਇਹ ਵੀ ਮਹਾਰਾਜ ਦੇ ਅੱਗੇ ਵਾਰ-ਵਾਰ ਹੱਥ ਜੋੜਨ ਲੱਗ ਪਏ ਹੈ। ਬਖਸ਼ੋ ਖਤਾ ਜਿਤੀ ਮੈਂ ਕੀਨੀ। ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਆ ਜਿਹੜੀਆਂ ਵੱਡੀਆਂ ਵੱਡੀਆਂ ਗਲਤੀਆਂ ਭੁੱਲਾਂ ਮੈਂ ਜਾਣ ਬੁੱਝ ਕੇ ਆਪ ਦੇ ਅੱਗੇ ਕੀਤੀਆਂ, ਉਹਨਾਂ ਨੂੰ ਹੁਣ ਕਿਰਪਾ ਕਰਕੇ ਬਖਸ਼ ਦਿਓ। ਰਾਬਰ ਕੀ ਮਹਿਮਾ ਨਹਿ ਚੀਨੀ। ਪਹਿਲਾਂ ਮੈਂ ਆਪ ਦੀ ਮਹਿਮਾ ਵਡਿਆਈ ਨੂੰ ਮਨ ਦੇ ਵਿੱਚ ਜਾਣ ਨਹੀਂ ਸਕਿਆ, ਇਸੇ ਕਰਕੇ ਕਈ ਇਹੋ ਜਿਹੀਆਂ ਇੱਕ ਤਮਾਸ਼ੇ ਦੇ ਸਮਾਨ ਮੈਂ ਹਰਕਤਾਂ ਆਪਣੇ ਵੱਲੋਂ ਕੀਤੀਆਂ ਸੀ। ਅਬ ਇਸ ਸਮੇਂ ਮੋਰ ਸਿਕਦਾਰੀ। ਸੱਚੇ ਪਾਤਸ਼ਾਹ ਹੁਣ ਪਰਮਾਤਮਾ ਦੇ ਵੱਲੋਂ ਮੇਰੀ ਵੀ ਹੁਣ ਡਿਊਟੀ ਇਸ ਸਮੇਂ ਦੇ ਵਿੱਚ
ਲੱਗ ਚੁੱਕੀ ਹੈ। ਜਿਹੜੇ ਬਰਮਾ ਜੀ ਦੇ ਇਹ ਚਾਰੇ ਹੀ ਪੁੱਤਰ ਮੰਨੇ ਜਾਂਦੇ ਹਨ। ਪਹਿਲਾਂ ਸਤਿਯੁਗ ਹੈ, ਤ੍ਰੇਤਾ, ਦੁਆਪਰ ਹੈ, ਇਹਨੂੰ ਕਹਿੰਦੇ ਨੇ ਕਲਯੁਗ। ਕਹਿਣ ਲੱਗਿਆ ਮਹਾਰਾਜ ਹੁਣ ਮੇਰੀ ਸਰਦਾਰੀ ਦਾ, ਮੇਰਾ ਜਿਹੜਾ ਰਾਜ ਭਾਗ ਕਾਇਮ ਹੋਣ ਦਾ ਟਾਈਮ ਆ ਗਿਆ ਹੈ। ਦੀਨੀ ਤੁਮ ਨਿਜ ਕਰੁਣਾ ਧਾਰੀ। ਪਰ ਇਹ ਜਿਹੜੀ ਸਰਦਾਰੀ ਬਾਦਸ਼ਾਹੀ ਆਪ ਦੀ ਕਿਰਪਾ ਦੇ ਨਾਲ ਹੀ ਮੈਨੂੰ ਪ੍ਰਾਪਤ ਹੋਈ ਹੈ। ਅਬ ਲੱਛਣ ਨਰ ਜੈਸੇ ਕਰਹੀ। ਸੱਚੇ ਪਾਤਸ਼ਾਹ ਗਰੀਬ ਨਵਾਜ ਵੀ ਮੇਰੇ ਸਮੇਂ ਦੇ ਅੰਦਰ ਪ੍ਰਾਣੀਆਂ ਨੇ, ਮਨੁੱਖਾਂ ਨੇ ਨਾ ਜਿਹੋ ਜਿਹੇ ਲੱਛਣ ਆਪਣੇ ਜੀਵਨ ਦੇ ਵਿੱਚ ਧਾਰਨ ਕਰਨੇ ਹਨ, ਤੈਸੇ ਵੇਖ ਆਇਓ ਮੈਂ ਧਰਹੀ। ਜੋ ਵੀ ਇਹਨਾਂ ਦੀਆਂ ਨਿਸ਼ਾਨੀਆਂ, ਇਹਨਾਂ ਦੇ ਲੱਛਣ ਹੋਣਗੇ ਨਾ ਆਉਣ ਵਾਲੇ ਸਮੇਂ 'ਚ, ਉਸੇ ਤਰ੍ਹਾਂ ਦਾ ਮੈਂ ਆਪਣਾ ਰੂਪ ਵੀ ਧਾਰਨ ਕੀਤਾ। ਦੇਵ ਸੰਪਦਾ ਤਜ ਕਰ ਸਾਰੀ। ਹੁਣ ਇਹਨਾਂ ਕਲਯੁਗੀ ਜੀਵਾਂ ਨੇ ਆਪਣੀ ਜਿਹੜੀ ਦੇਵ ਸੰਪਦਾ ਉਹ ਕਿਹੜੀ ਹੈ? ਸਤ ਹੈ, ਸੰਤੋਖ ਹੈ, ਦਇਆ, ਧਰਮ ਹੈ। ਵੀ ਮੇਰੇ ਸਮੇਂ ਦੇ ਵਿੱਚ ਮਨੁੱਖਾਂ ਨੇ ਸ਼ੁਭ ਗੁਣਾਂ ਦਾ ਤਾਂ ਬਸ ਸਦਾ ਦੇ ਲਈ ਆਪਣਾ ਤਿਆਗ ਕਰ ਦੇਣਾ। ਦਵੈ ਇੰਦਰੈ ਸਵਾਦਨ ਬਸ ਕਾਰੀ। ਬਸ ਮੈਂ ਇਹਨਾਂ ਨੂੰ ਦੋ ਤਰ੍ਹਾਂ ਦੇ ਜਿਹੜੇ ਰਸ ਨੇ ਉਹਨਾਂ ਦੇ ਵਿੱਚ ਹੀ ਬਸ ਸਦਾ ਦੇ ਲਈ ਫਸਾ ਕੇ ਰੱਖ ਦੇਣਾ। ਜਦੋਂ ਐਨ ਮੇਰਾ ਰਾਜ, ਮੇਰਾ ਜਦੋਂ ਆਸ਼ਿਕਾ ਚਾਰੇ ਪਾਸੇ ਚੱਲ ਪਿਆ, ਕਹਿ ਤੋ ਰਸਨਾ ਸਵਾਦ ਹੈ ਲਾਈ। ਉਸ ਸਮੇਂ ਕਲਯੁਗ ਕਹਿਣ ਲੱਗਿਆ ਮਹਾਰਾਜ ਪਹਿਲੇ ਨੰਬਰ 'ਤੇ ਇਹਨਾਂ ਨੇ ਜਿਹੜੇ ਜਵਾਨ ਦੇ ਰਸ ਉਹਨਾਂ ਨੂੰ ਵੀ ਕਦੇ ਤਿਆਗ ਨਹੀਂ ਸਕਣਾ। ਬੜਿਆਂ ਨੇ ਤਾਂ ਬਸ ਸ਼ਰਾਬ ਕਬਾਬ ਦੇ ਵੀ ਆਦੀ ਬਣ ਜਾਣਾ ਹੈ। ਇਨਕੇ ਬਸੀ ਹੋਏ ਅਨੁਸਾਰੀ ਅਨੁਰਾਗੀ। ਔਰ ਦੂਜੇ ਨੰਬਰ 'ਤੇ ਕੀ ਹੈ? ਜਿਹੜੇ ਨੇ ਦੁਨਿਆਵੀ ਰੰਗ ਰਲੀਆਂ ਦੇ ਸੁੱਖ ਰਸ, ਬਸ ਉਹਨਾਂ ਨੂੰ ਹੀ ਬਸ ਇੱਕ ਆਪਣਾ ਮੁੱਖ ਕੰਮ ਸਮਝ ਲੈਣਾ। ਮਾਤ ਪਿਤਾ ਗੁਰ ਲੱਜਾ ਤਿਆਗੀ। ਮੇਰੇ ਸਮੇਂ ਦੇ ਵਿੱਚ ਕੈਸੀ ਹਾਲਤ ਹੋ ਜਾਣੀ ਹੈ? ਇਹਨਾਂ ਮਨੁੱਖਾਂ ਦੀ, ਪ੍ਰਾਣੀਆਂ ਦੀ, ਜੋ ਵੀ ਪੈਦਾ ਹੋਣੇ ਨੇ, ਆਪਣੇ ਮਾਂ ਦੀ, ਪਿਓ ਦੀ, ਗੁਰੂ ਪੀਰਾਂ ਦੀ, ਕੋਈ ਵੀ ਇਹਨਾਂ ਨੇ ਮਨ ਦੇ ਵਿੱਚ ਸ਼ਰਮ ਨਹੀਂ ਧਾਰਨ ਕਰਨੀ ਹੈ। ਇਨਕੇ ਬਸੀ ਹੋਏ ਅਨੁਰਾਗੀ। ਬਸ ਖਾਣਾ ਪੀਣਾ ਜਾਂ ਫਿਰ ਦੂਜੇ ਨੰਬਰ 'ਤੇ ਜੋ ਆ ਦੁਨਿਆਵੀ ਰੰਗ ਰਲੀਆਂ ਦੇ ਸੁੱਖ ਭਾਵੇਂ ਬੜੇ ਥੋੜ੍ਹੇ ਟਾਈਮ ਵਾਸਤੇ ਹੋਇਆ ਕਰਦੇ ਨੇ, ਇਹਨਾਂ ਦੋਵਾਂ ਨੂੰ ਹੀ ਆਪਣੀ ਜ਼ਿੰਦਗੀ ਦੇ ਵਿੱਚ ਮੁੱਖ ਮੰਨ ਲੈਣਾ। ਜਾਂਤੇ ਭੀ ਮਮ ਮਤ ਵਿਪਰੀਤਾ। ਇਸੇ ਕਰਕੇ ਸੱਚੇ ਪਾਤਸ਼ਾਹ ਮੇਰੀ ਤਾਂ ਬੁੱਧੀ ਪਹਿਲਾਂ ਆਪ ਨੇ ਭ੍ਰਿਸ਼ਟ ਕਰ ਦਿੱਤੀ। ਮੈਂ ਆਪਣੀ ਮਤ ਤੋਂ ਕੋਈ ਚੰਗਾ ਕੰਮ ਨਹੀਂ ਲੈ ਸਕਿਆ। ਕੀਏ ਤੁਮ ਸੋ ਛਲ ਹੋਵੇ ਨਿਰਪੀਤਾ। ਆ ਮੇਰੀ ਬੁੱਧ ਭ੍ਰਿਸ਼ਟ ਹੋਣ ਦੇ ਕਾਰਨ ਹੀ ਕਿਹੋ ਜਿਹੀ ਹਰਕਤਾਂ ਮੈਂ ਆਪ ਦੇ ਸਾਹਮਣੇ ਆ ਕਰਕੇ ਬਿਨਾਂ ਹੀ ਗੱਲ ਤੋਂ ਕੀਤੀਆਂ ਹਨ। ਖਿਮਾ ਕਰਨ ਕੋ ਬਿਰਧ ਤੁਮਾਰਾ। ਉਹ ਸਮੇਂ ਜਿਹੜਾ ਸੀ ਕਲਯੁਗ, ਗੁਰੂ ਬਾਬਾ ਜੀ ਦੇ ਅੱਗੇ ਵਾਰ-ਵਾਰ ਬੇਨਤੀਆਂ ਜੋਦੜੀਆਂ ਕਰਦਾ ਹੈ ਵੀ ਆਪ ਦਾ ਬਿਰਧ, ਆਪ ਦਾ ਸੁਭਾਅ ਦਿਆਲੂ ਕਿਰਪਾਲੂ, ਬੁਰਿਆਂ ਉੱਪਰ ਬਰਿਆਈ ਕਰਨੀ, ਮਾਫ ਕਰਨ ਕਈ ਸਿਆਣੇ, ਬੁਰਿਆਂ ਉੱਪਰ ਨੇਕੀ ਕਰਨੀ। ਇਹ ਗੁਰੂ ਨਾਨਕ ਜਾਣੇ ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਈ ਰੋਗ ਨਾ ਲੱਗੀ, ਪੱਲੇ ਸਭ ਕਿਛ ਪਾਏ। ਜਿਵੇਂ ਪਰਮਾਤਮਾ ਵੀ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ, ਫਰੀਦਾ ਬੁਰੇ ਦਾ ਭਲਾ ਕਰ। ਬਾਬਾ ਫਰੀਦ ਜੀ ਨੇ ਵੀ ਵਚਨ ਕੀਤੇ ਨੇ ਆਪਣੇ ਸ਼ਲੋਕਾਂ ਦੇ ਵਿੱਚ, ਫਰੀਦਾ ਬੁਰੇ ਦਾ ਭਲਾ ਕਰ। ਅਗਰ ਕੋਈ ਪ੍ਰਾਣੀ ਨੇ ਮਨ ਦੇ ਵਿੱਚ ਬਰਿਆਈ ਬਹੁਤ ਜ਼ਿਆਦਾ
ਧਾਰਨ ਕਰ ਲਿਆ ਵੀ ਇਹਦਾ ਤਾਂ ਬਸ ਮੈਂ ਕੰਮ ਵਿਗਾੜੇ ਬਿਨਾ ਸਾਹ ਨਹੀਂ ਲੈਣਾ, ਇਹ ਤਾਂ ਹਰ ਵਕਤ ਬਸ ਮੇਰੀ ਬਰਿਆਈ ਮਨ ਦੇ ਵਿੱਚ ਸੋਚਦਾ ਰਹਿੰਦਾ ਹੈ। ਪਰ ਜਿਹੜੇ ਨੇ ਸਾਧੂ ਮਹਾਤਮਾ ਉਹਦਾ ਵੀ ਹਮੇਸ਼ਾ ਵਾਸਤੇ ਭਲਾ ਹੀ ਕਰਿਆ ਕਰਦੇ ਹਨ। ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨ ਲੱਗਈ, ਪੱਲਾ ਸਭ ਕੇ ਛਿਪਾਏ। ਸੱਚੇ ਪਾਤਸ਼ਾਹ ਵੀ ਆਪ ਤਾਂ ਅਨਾਦਿ ਕਾਲ ਤੋਂ ਹੀ ਮੇਰੇ ਵਰਗੇ ਅਪਰਾਧੀਆਂ, ਗੁਨਾਹੀਆਂ, ਪਾਪੀਆਂ ਦਾ ਭਲਾ ਕਰਦੇ ਆਏ ਹੋ। ਪਰਮ ਪੁਰਖ ਹੋ ਮਹਾ ਉਦਾਰਾ, ਜਿਹੜਾ ਪਰਮਾਤਮਾ ਉਹ ਤਾਂ ਸਦਾ ਵਾਸਤੇ ਬੜਾ ਉਦਾਰ ਸਖੀ ਦਾਤਾ ਹੈ। ਸੁਨ ਕਰ ਇਉਂ ਬੋਲੇ ਜਗਤੀਸ਼ਾ, ਜਦੋਂ ਹੁਣ ਕਲਯੁਗ ਨੇ ਬੜੀ ਨਿਮਰਤਾ ਨੂੰ ਮਨ ਦੇ ਵਿੱਚ ਧਾਰਨ ਕਰਦੇ ਹੋਇਆ ਸਤਿਗੁਰੂ ਜੀ ਦੇ ਅੱਗੇ ਬਸ ਇਹ ਵਾਰ-ਵਾਰ ਆਪਣੇ ਹਾਥੀ ਜੋੜਨ ਲੱਗ ਪਿਆ। ਕੋ ਤਬ ਨਾਮ ਕੌਣ ਹੈ ਦੀਸ਼ਾ, ਗੁਰੂ ਬਾਬਾ ਜੀ ਹੁਣ ਜਾਣ ਬੁੱਝ ਕੇ ਪੁੱਛਣ ਲੱਗੇ ਵੀ ਤੇਰਾ ਨਾਮ ਕੀ ਹੈ ਭਾਈ, ਤੂੰ ਕਿਹੜੇ ਇਲਾਕੇ ਜਾਂ ਫਿਰ ਕਿਹੜੇ ਸ਼ਹਿਰ ਦੇ ਵਿੱਚ ਵਸਣ ਵਾਲਾ ਹੈ। ਕੌਣ ਕਾਜ ਹਿਤ ਚੱਲ ਕਰ ਆਇਓ, ਸਾਡੇ ਪਾਸ ਕਿਹੜੇ ਮਨੋਰਥ, ਕਿਹੜੇ ਕੰਮ ਨੂੰ ਕਰਾਉਣ ਦੇ ਲਈ ਚੱਲ ਕਰਕੇ ਆਇਆ। ਇਸ ਪ੍ਰਕਾਰ ਕਿਉਂ ਕਪਟ ਦਿਖਾਇਓ, ਸਤਿਗੁਰੂ ਜੀ ਕਹਿਣ ਲੱਗੇ ਵੀ ਆਹੋ ਜੇ ਛਲ ਕਪਟ ਮਦਾਰੀਆਂ ਦੇ ਤਮਾਸ਼ੇ ਜੇ ਕਾਹਨੂੰ ਸਾਡੇ ਅੱਗੇ ਆ ਕਰਕੇ ਤੈਂ ਦਿਖਾਉਣੇ ਕੀਤੇ ਹਨ। ਸੁਣੋ ਗੁਰੂ ਜੀ ਕਲਯੁਗ ਨਾਮੋ, ਉਸ ਸਮੇਂ ਇਹ ਇੱਕ ਮਨੁੱਖਾ ਰੂਪ ਦੇ ਵਿੱਚ ਹੈ ਨਾ, ਦੋਵੇਂ ਹੱਥ ਜੋੜ ਕੇ ਸਾਰੀ ਆਪਣੀ ਗੱਲਬਾਤ ਦੱਸੀ। ਸੱਚੇ ਪਾਤਸ਼ਾਹ ਮੇਰਾ ਨਾਮ ਹੀ ਕਲਯੁਗ ਹੈ, ਵੀ ਕਲਾ ਕਲੇਸ਼ ਲੜਾਈ ਝਗੜਾ ਮੇਰੇ ਟਾਈਮ ਦੇ ਅੰਦਰ ਚਾਰੇ ਪਾਸੇ ਹੋਣ ਲੱਗ ਪੈਣਾ। ਦਰਸ਼ਨ ਕਰਬੀ ਕੋ ਮਮ ਕਾਮੋ, ਮੈਂ ਆਪ ਜੀ ਦਾ ਦੀਦਾਰ ਕਰਨ ਦੇ ਲਈ ਬੜੀ ਦੂਰੋਂ ਚੱਲ ਕਰਕੇ ਆਇਆ। ਨਮੋ ਕਰਨ ਰਾਵਰ ਕੋ ਆਇਓ, ਸੱਚੇ ਪਾਤਸ਼ਾਹ ਸੋਚਿਆ ਵੀ ਚਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਤੇ ਵੀ ਜਾ ਕੇ ਮੱਥਾ ਟੇਕ ਲੈਂਦੇ ਆ। ਪਰਖਨ ਹਿਤ ਮੈਂ ਕਪਟ ਦਿਖਾਇਓ, ਪਰ ਆਪ ਦੀ ਪਰਖ ਕਰਨ ਦੇ ਲਈ ਵੀ ਸੱਚੇ ਅਵਤਾਰ ਨੇ, ਕਿਤੇ ਉਹੀ ਤਾਂ ਨਹੀਂ। ਇੱਕ ਇਹਨਾਂ ਨੇ ਆਪਣਾ ਮਨੁੱਖਾ ਸਰੀਰ ਧਾਰਨ ਕੀਤਾ ਹੋਇਆ, ਹੋਰ ਵੀ ਬਥੇਰੇ ਸਾਧੂ ਫਕੀਰ ਮੈਂ ਦੇਖੇ ਹਨ, ਪਰ ਇਹੋ ਜਿਹੀਆਂ ਹਰਕਤਾਂ ਦੇ ਅੱਗੇ ਕੋਈ ਵੀ ਟਿਕ ਨਹੀਂ ਸਕਿਆ। ਉਹ ਤਾਂ ਉਸੇ ਟਾਈਮ 'ਤੇ ਹੀ ਬੜਾ ਡੋਲ ਜਾਂਦੇ ਸਨ। ਪਰ ਜਿਹੜੀਆਂ ਐਸੀਆਂ ਭਿਆਨਕ ਦੁਖਦਾਈ ਹਰਕਤਾਂ ਕੀਤੀਆਂ ਮੈਂ ਜ਼ਰੂਰ ਨੇ, ਪਰ ਉਹਨਾਂ ਦਾ ਆਪ ਦੇ ਉੱਪਰ ਕੋਈ ਅਸਰ ਹੋਇਆ ਹੀ ਨਹੀਂ। ਸੱਚੇ ਪਾਤਸ਼ਾਹ ਇਹ ਮੈਂ ਆਪ ਦੀ ਆ ਕਰਕੇ ਪਰਖ ਕੀਤੀ ਹੈ। ਸ਼੍ਰੀ ਗੁਰ ਕਹੈ ਭਨੋ ਨਿਜ ਲੱਛਣ, ਉਸ ਸਮੇਂ ਸਤਿਗੁਰੂ ਜੀ ਕਹਿਣ ਲੱਗੇ ਵੀ ਇਉਂ ਦੱਸ ਫਿਰ ਤੇਰੇ ਟਾਈਮ ਦੇ ਅੰਦਰ ਮਨੁੱਖਾਂ ਨੇ, ਪ੍ਰਾਣੀਆਂ ਨੇ ਕਿਹੋ ਜਿਹੇ ਜਿਹੜੇ ਆਪਣੇ ਲੱਛਣ ਜੀਵਨ ਦੇ ਵਿੱਚ ਧਾਰਨ ਕਰਨੇ ਹਨ। ਕੋ ਤਬ ਸੈਨਾ ਸੰਗ ਵਿਚਛਨ, ਸਤਿਗੁਰੂ ਜੀ ਕਹਿਣ ਲੱਗੇ ਵੀ ਫਿਰ ਤੇਰੇ ਪਾਸ ਕੋਈ ਸੈਨਾ ਫੌਜ ਵੀ ਰੱਖੀ ਹੋਣੀ ਆ ਨਾ। ਦੇਵ ਸੰਪਦਾ ਰੂਪੀ ਸ਼ੁਭ ਗੁਣਾਂ ਦੀ ਜਿਹੜੇ ਯੋਧੇ ਸੂਰਮੇ ਉਹਨਾਂ ਨੂੰ ਜਿੱਤਣ ਦੇ ਲਈ, ਔਰ ਜਿਵੇਂ ਰਾਜੇ ਮਹਾਰਾਜੇ ਵੀ ਆਪ ਆਪਣੇ ਪਾਸ 4 ਤਰ੍ਹਾਂ ਦੀ ਜਿਹੜੀ ਸੈਨਾ ਰੱਖਿਆ ਕਰਦੇ ਹਨ। ਕਿਸ ਪ੍ਰਕਾਰ ਕੀ ਤੁਝ ਸਿਕਦਾਰੀ, ਸਤਿਗੁਰੂ ਜੀ ਪੁੱਛਣ ਲੱਗੇ ਵੀ ਤੇਰੇ ਟਾਈਮ 'ਤੇ ਕਿਹੋ ਜੀ ਤੇਰੀ ਸਰਦਾਰੀ, ਕਿਹੋ ਜਿਹਾ ਤਾਂ ਆਪਣੇ ਰਾਜ ਭਾਗ ਕਾਇਮ ਕਰਨਾ। ਸੁਨ ਕਲਯੁਗ ਪੁਨ ਗਿਰਾ ਉਚਾਰੀ, ਸੁਣ ਕਰਕੇ ਕਲਯੁਗ ਨੇ ਫੇਰ ਮਹਾਰਾਜ ਦੇ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਤੀ। ਕੋਰ ਸੋਰ ਸਭ ਕੀਰ ਅਗਾਰੀ, ਕਲਯੁਗ ਰਥ ਅਗਨ ਕਾ ਕੋੜ ਅੱਗੇ ਰਥ ਵਾਹੋ। ਸਤਿਗੁਰੂ ਜੀ ਨੇ ਆਸਾ ਜੀ ਦੀ ਵਾਰ ਦੇ ਵਿੱਚ ਬਚਨ
ਕਹਿ ਦਿੱਤੇ ਹਨ, ਕਲਯੁਗ ਰਥ ਅਗਨ ਕਾ, ਕੋੜ ਅਗੈ ਰਥ ਵਾਓ। ਕੋੜ ਤੋਂ ਭਾਵ ਚੋਟ, ਤੂਫਾਨ, ਪੈਰ ਪੈਰ ਤੇ ਐਵੇਂ ਬੜਾ ਝੂਠ ਤੂਫਾਨ ਬੋਲਣਾ। ਦੁਬਾਰਾ ਪੜ੍ਹ। ਕੋਰ ਸੋਰ ਸਭ ਕੀਰ ਅਗਾਰੀ। ਗੁਰੂ ਬਾਬਾ ਜੀ ਕਹਿਣ ਲੱਗੇ, ਆ ਜਿਹੜਾ ਝੂਠ ਰੂਪੀ ਸੂਰਮਾ ਨਾ, ਇਹ ਮੇਰੀ ਫੌਜ ਦੇ ਸਾਰਿਆਂ ਤੋਂ ਅੱਗੇ ਹੋ ਕੇ ਤੁਰਨਾ ਹੈ। ਚਲਤ ਤੁਝਾ ਵੱਡ ਕਰ ਮਹਤਾਰੀ। ਇਸ ਕੋੜ ਰੂਪੀ ਯੋਧੇ ਸੂਰਮੇ ਨੇ ਬਹੁਤ ਵੱਡੀ ਧੁਜਾ, ਝੰਡਾ ਨਾ ਆਪਣੇ ਹੱਥ ਦੇ ਵਿੱਚ ਪਕੜਿਆ ਹੋਇਆ ਹੈ। ਮੋਹ ਨਾਮ ਸਭ ਕੋ ਭੂਪਾਲਾ। ਮੋਹ ਨਾਮ, ਤੇ ਮੇਰੇ ਟਾਈਮ ਦੇ ਵਿੱਚ ਮੋਹ ਰੂਪੀ ਜਿਹੜਾ ਬਹੁਤ ਵੱਡਾ ਰਾਜਾ ਬਣਿਆ ਹੋਵੇਗਾ। ਸੈਨਾਪਤ ਹਿੰਸਾ ਜੋ ਵਿਸਾਲਾ। ਹਿੰਸਾ ਵੀ ਜੀਵ ਹੱਤਿਆ ਕਰਨੀ, ਜੀਵਾਂ ਦਾ ਮਾਰਨਾ, ਇਹ ਕੀ ਹੈ? ਦੁਬਾਰਾ ਪੜ੍ਹ। ਸੈਨਾਪਤ ਹਿੰਸਾ ਜੋ ਵਿਸਾਲਾ। ਜੋ ਜੀਵ ਹਿੰਸਾ ਚਾਰੇ ਪਾਸੇ ਥਾਂ ਥਾਂ ਤੇ ਫੈਲ ਜਾਣੀ ਹੈ ਨਾ, ਇਹ ਮੈਂ ਆਪਣਾ ਸਾਰਿਆਂ ਨਾਲੋਂ ਵੱਡਾ, ਜਿਵੇਂ ਜਰਨੈਲ ਹੁੰਦਾ ਹੈ ਫੌਜਾਂ ਦਾ, ਇਹਨੂੰ ਸਾਰਿਆਂ ਨਾਲੋਂ ਪ੍ਰਧਾਨ ਬਣਾਇਆ ਹੋਇਆ ਹੈ। ਜਦੋਂ ਵੀ ਕੋਈ ਐਸੇ ਧਰਮ ਦੇ ਵਿੱਚ ਕੋਈ ਵੀ ਯਾਦਗਾਰਾਂ ਹੋਣ, ਉਹ ਸਮੇਂ ਵੱਡੇ ਵੱਡੇ ਸ਼ਹਿਰਾਂ 'ਚ ਕਿਤਨੇ ਪਤਾ ਨਹੀਂ ਪਸ਼ੂਆਂ ਦੇ ਪਸੇ ਹੀ ਖੜੇ ਹੁੰਦੇ ਹਨ। ਨਾਉ ਕਾਹਨੂੰ ਲੈਣਾ? ਭਾਵ ਕਿ ਜੀਵ ਹਿੰਸਾ ਕਲਯੁਗ ਦੇ ਵਿੱਚ ਚਾਰੇ ਪਾਸੇ ਬਹੁਤ ਜ਼ਿਆਦਾ ਵੱਧ ਜਾਣੀ ਹੈ। ਮਨਾਉਣੇ ਆਪਣੇ ਗੁਰੂ ਪੀਰਾਂ ਦੇ ਜੋੜ ਮੇਲੇ, ਉੱਥੇ ਪਤਾ ਨਹੀਂ ਕਿਤਨੀ ਫਿਰ ਜੀਵ ਹਿੰਸਾ ਵੀ ਕੀਤੀ ਜਾਂਦੀ ਹੈ। ਕਾਮ ਕ੍ਰੋਧ ਲੋਭ ਅਹੰਕਾਰ। ਸਤਿਗੁਰੂ ਜੀ ਕਹਿਣ ਲੱਗੇ ਵੀ ਕਾਮ ਕ੍ਰੋਧ ਲੋਭ ਅਹੰਕਾਰ ਜੋ ਹੈ, ਸਭ ਜੋਧਾ ਈ ਗਜ ਸਵਾਰ। ਜਿਹੜੇ ਇਹ ਸਮਝ ਲਓ ਵੀ ਕਾਮ ਕ੍ਰੋਧ ਲੋਭ ਅਹੰਕਾਰ, ਇਹ ਮੈਂ ਆਪਣੇ ਪਾਸ ਜਿਹੜੀ ਹਾਥੀਆਂ ਦੀ ਸੈਨਾ ਤਿਆਰ ਕੀਤੀ ਹੋਈ ਹੈ। ਮਤਸਰ ਨਿੰਦਾ ਪੁੰਨ ਬਟ ਪਾਰੀ। ਇੱਕ ਮਤਸਰ ਹੈ ਈਰਖਾ, ਸੜੇਮਾ ਜਿਹਨੂੰ ਕਹਿ ਦਿੰਦੇ ਆ, ਤੇ ਇਸੇ ਤਰ੍ਹਾਂ ਮਤਸਰ ਦੂਜੇ ਦੀ ਨਿੰਦਿਆ ਕਰਨੀ ਬਿਨਾਂ ਗੱਲ ਤੋਂ, ਹਰ ਵਕਤ ਬੱਟ ਮਾਰੀ, ਰਾਹ ਮਾਰ। ਕੋਈ ਵਿਚਾਰਾ ਰਸਤੇ ਦੇ ਵਿੱਚ ਯਾਤਰੂ ਤੁਰਿਆ ਜਾਂਦਾ ਹੈ, ਅਚਾਨਕ ਹੀ ਆ ਕਰਕੇ ਉਹਦੇ ਪਾਸੋਂ ਮਾਇਆ ਸੋਨਾ ਚਾਂਦੀ ਖੋਹ ਲੈਣਾ, ਬੱਟ ਪਾਰੀ। ਉਸ ਸਮੇਂ ਕਹਿਣ ਲੱਗਿਆ, ਮਹਾਰਾਜ ਇੱਕ ਜਿਹੜੀ ਈਰਖਾ ਨਿੰਦਿਆ ਤੇ ਜੋ ਰਾਹ ਮਾਰਨ ਦੇ ਵੱਡੇ ਵੱਡੇ ਔਗਣ ਹਨ। ਤ੍ਰਿਸ਼ਨਾ ਤੀ ਸਭ ਰਥ ਅਸਵਾਰੀ। ਤ੍ਰਿਸ਼ਨਾ ਤੋਂ ਲੈ ਕੇ ਇਹ ਮੇਰੇ ਪਾਸ ਜਿਵੇਂ ਰਥਾਂ ਦੀ ਫੌਜ ਹੋਇਆ ਕਰਦੀ ਹੈ। ਆਲਸ ਜੋਪ ਬਾਰਨੀ ਪਾਨਾ। ਇਸੇ ਤਰ੍ਹਾਂ ਆਲਸ ਕੁਦਰਤੀ ਤੌਰ 'ਤੇ ਹੈ। ਜਦੋਂ ਹੋਵੇ ਕਿਤੇ ਅੰਮ੍ਰਿਤ ਵੇਲਾ ਦਾ ਟਾਈਮ, ਵੀ ਉਸ ਟਾਈਮ 'ਤੇ ਜਿਹੜੇ ਨੇ ਵੱਡੇ ਭਾਗਾਂ ਵਾਲੇ ਗੁਰਮੁਖ, ਉਹ ਤਾਂ ਫਿਰ ਸਿਮਰਨ ਦੇ ਵਿੱਚ ਜੁੜਦੇ ਹਨ। ਕਾਰ ਇਸ਼ਨਾਨ, ਫਿਰ ਕੀ ਹੋਣਾ ਹੈ? ਕਾਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪੈ ਅਰੋਗਾ। ਬ੍ਰਹਮ ਮੁਹੂਰਤ ਦੇ ਟਾਈਮ 'ਤੇ ਇਹ ਜਿਹੜੀ ਆਲਸ ਸਾਰਿਆਂ ਨੂੰ ਦਬਾ ਲੈਂਦੀ ਹੈ, ਉੱਠਣੇ ਨਹੀਂ ਦਿੰਦੀ। ਅੱਗੇ ਵੀ ਇਹ ਵਾਰਤਾ ਆਉਣੀ ਹੈ ਕਲਯੁਗ ਦੇ ਨਾਲ। ਜਦੋਂ ਭਾਈ ਮਰਦਾਨੇ ਨੇ ਦੇਖਿਆ ਵੀ ਘਾਹ ਬਹੁਤ ਵੱਡਾ ਜੁੱਬੜ ਜਿਹਾ ਬਦਬੂ, ਜਿਹਦੇ ਨਾਲ ਮੈਲੇ ਕਚੈਲੇ ਕੱਪੜਿਆਂ ਦਾ ਬਣਿਆ ਹੋਇਆ ਸੀ, ਪੁੱਛਿਆ ਭਾਈ ਮਰਦਾਨਾ ਜੀ ਨੇ, ਕਲਯੁਗ ਨੇ ਵੀ ਆ ਇਤਨਾ ਵੱਡਾ ਜੁੱਬੜ ਜਿਹਾ ਕਾਹਦੇ ਵਾਸਤੇ ਤਾਂ ਚੱਕਿਆ ਮੋਢਿਆਂ 'ਤੇ? ਉਸ ਸਮੇਂ ਕਹਿਣ ਲੱਗਿਆ, ਭਾਈ ਮਰਦਾਨਾ ਜੀ ਆਲਸ ਦਾ ਜੁੱਬੜ ਹੈ। ਜਦੋਂ ਹੁੰਦਾ ਹੈ ਅੰਮ੍ਰਿਤ ਵੇਲੇ ਦਾ ਟਾਈਮ, ਮੈਂ ਸਾਰਿਆਂ ਦੇ ਉੱਪਰ ਉਸ ਸਮੇਂ ਪਾ ਦਿੰਦਾ ਵੀ ਕੋਈ ਉੱਠ ਕੇ ਪਰਮਾਤਮਾ ਦੀ ਭਗਤੀ ਸਿਮਰਨ ਨਾ ਕਰ ਸਕੇ,
ਫਿਰ ਭਾਈ ਮਰਦਾਨਾ ਜੀ ਨੇ ਦੇਖਿਆ ਵੀ ਆ ਵੱਡੀਆਂ ਵੱਡੀਆਂ ਗਲੀਆਂ ਦੇ ਵਿੱਚ ਕਿਹਨੇ ਕਰਤੀਆਂ। ਕਲਯੁਗ ਕਹਿਣ ਲੱਗਿਆ ਵੀ ਜੋ ਵੀ ਉਸ ਟਾਈਮ ਤੇ ਆਲਸ ਦੀ ਕੋਈ ਪਰਵਾਹ ਕਰਦੇ ਨਹੀਂ। ਰੱਬ ਦੇ ਪਿਆਰਿਆਂ ਦੇ ਨੇੜੇ ਤੇੜੇ ਦਾ ਵੈਸੇ ਆਲਸ ਆਉਂਦੀ ਨਹੀਂ। ਉਹਨਾਂ ਨੇ ਤਾਂ ਆਪਣੇ ਆਪ ਹੀ ਬ੍ਰਹਮ ਮੁਹੂਰਤ ਦੇ ਟਾਈਮ 'ਤੇ ਸਾਵਧਾਨ ਹੋ ਕੇ ਆਪਣੇ ਪ੍ਰੀਤਮ ਪਿਆਰੇ ਦੀ ਜ਼ਾਤ ਦੇ ਵਿੱਚ ਸਮਾਧੀ ਲਗਾ ਕਰਕੇ ਬਹਿ ਜਾਣਾ। ਪਰ ਉਸ ਸਮੇਂ ਭਾਈ ਮਰਦਾਨਾ ਕਹਿਣ ਲੱਗਿਆ ਸ਼ੇਖ ਜੇ ਕੀ ਨੇ ਕਰਤੇ ਤੇਰੇ ਇਤਨੇ ਵੱਡੇ ਜੁੱਬੜ ਦੇ ਵਿੱਚ। ਕਲਯੁਗ ਕਹਿਣ ਲੱਗਿਆ ਉਹਨਾਂ ਨੇ ਕਰਤੀਆਂ ਵੱਡੀਆਂ ਵੱਡੀਆਂ ਗਲੀਆਂ ਜਿਨ੍ਹਾਂ ਦੇ ਉੱਪਰ ਉਸ ਟਾਈਮ 'ਤੇ ਆਲਸ ਦਾ ਕੋਈ ਅਸਰ ਨਹੀਂ ਹੁੰਦਾ। ਉਹਨਾਂ ਨੇ ਫਿਰ ਚੌਂਕੜਾ ਮਾਰ ਕੇ ਭਜਨ ਪਾਠ ਦੇ ਵਿੱਚ ਜੁੜ ਕਰਕੇ ਬਹਿ ਜਾਣਾ। ਉਹਨਾਂ ਨੇ ਦੇਖ ਕਿਤਨੇ ਵੱਡੇ ਵੱਡੇ ਸ਼ੇਖ ਇਹਦੇ ਵਿੱਚ ਕਰ ਦਿੱਤੇ ਹਨ। ਹੁਣ ਜਿਸ ਪ੍ਰਕਾਰ ਹੋਰ ਵੀ ਬੜੇ ਪ੍ਰਵਚਨ ਗੁਰੂ ਬਾਬਾ ਜੀ ਦੇ ਨਾਲ ਕਲਯੁਗ ਨੇ ਕਰਨੇ ਨੇ ਆਪਣੇ ਵੱਲੋਂ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾਂ ਤਾਈਂ ਨੇ ਹਾਲ ਕਰ ਰਹੇ ਨੇ। ਆਲਸ ਜੋਪ ਬਾਰਨੀ ਪਾਨਾ, ਦੁਰਾਚਾਰ ਸਭ ਚੜੇ ਕੇ ਕਾਨਾ। ਆਲਸ ਜੋਪ ਬਾਰਨੀ ਪਾਨਾ, ਦੁਰਾਚਾਰ ਸਭ ਚੜੇ ਕੇ ਕਾਨਾ। हे ज्योत है पार ब्रह्म अविनाशी ਅਗਨਾਸ है